हालेलुया। तो आज का जो टॉपिक है वो जेकब के बारे में बात करूंगा मैं। इट्स अबाउट जेकब एंड जो भी ਅੱਜ ਦਾ ਟੌਪਿਕ ਹੈ ਉਹ ਯਾਕੂਬ ਦੇ ਬਾਰੇ ਹੈ। जेकब हैड अ लॉट ऑफ difficulties in his life. ਜਿਹੜਾ ਯਾਕੂਬ ਸੀਗਾ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਕਲੀਫਾਂ ਸੀਗੀਆਂ। His life was not very straightforward. ਉਹਦੀ ਜਿਹੜੀ ਜ਼ਿੰਦਗੀ ਸੀ ਬਹੁਤ ਸਹੀ ਜਾਂ ਸਰਲ ਨਹੀਂ ਸੀਗੀ Lot of ऊपर नीचे ups and downs. ਤੇ ਉਹਦੀ ਜਿਹੜੀ ਜ਼ਿੰਦਗੀ ਸੀ ਉੱਪਰ ਨੀਚੇ ਹੁੰਦੀ ਰਹਿੰਦੀ ਸੀਗੀ। It started with Jacob trying to steal the birthright of his brother Esau. Tell me again, brother. He stole the birthright, जो उसका भाई का जो जन्म हक था ना, वो उसने चोरी किया स्टार्टिंग विच। ਯਾਕੂਬ ਨੇ ਜਿਹੜਾ ਆਪਣੇ ਭਰਾ ਦਾ ਜਿਹੜਾ ਕਹਿ ਲਓ ਵੀ ਇੱਕ ਜਨਮ ਦਾ ਇੱਕ ਤਰੀਕਾ ਹੁੰਦਾ ਉਸਨੂੰ ਕੀ ਚੁਰਾ ਲਿਆ। So his life had not started very well. ਉਹਦੀ ਜਿਹੜੀ ਜ਼ਿੰਦਗੀ ਸੀ ਉਹ ਬੜੀ ਚੰਗੀ ਤਰੀਕੇ ਨਹੀਂ ਸ਼ੁਰੂ ਹੋਈ। And then he has to run away from his brother. ਤੇ ਫਿਰ ਉਹਨੇ ਕੀ ਸੋਚਿਆ ਕਿ ਉਹ ਆਪਣੇ ਭਰਾ ਤੋਂ ਕੀ ਆ ਦੂਰ ਚਲੇ ਜਾਵੇ, ਭੱਜ ਜਾਵੇ ਉੱਥੋਂ। Because he was scared that his brother would take revenge, badla. ਕਿਉਂਕਿ ਉਹਨੂੰ ਏਦਾਂ ਲੱਗਾ ਕਿ ਹੋ ਸਕਦਾ ਉਹਦਾ ਜਿਹੜਾ ਭਰਾ ਹੈ ਉਹ ਉਸ ਤੋਂ ਬਦਲਾ ਲਵੇ। And so his life was full of fears and worries and anxieties. ਤੇ ਜਿਹੜੀ ਉਹਦੀ ਪੂਰੀ ਜ਼ਿੰਦਗੀ ਸੀ ਉਹ ਡਰ ਵਾਲੀ, ਠੀਕ ਹੈ, ਸੋਚਣ ਵਾਲੀ ਤੇ ਭੱਜਾ ਭਜਾਈ ਵਾਲੀ ਸੀਗੀ। And even when he went to another land, he was also facing problems there. ਤੇ ਜਦੋਂ ਉਹ ਹੋਰ ਧਰਤੀ ਦੇ ਉੱਤੇ ਹੋਰ ਕਿਸੇ ਦੇਸ਼ ਦੇ ਵਿੱਚ ਵੀ ਗਿਆ, ਉੱਥੇ ਵੀ ਜਾ ਕੇ ਉਹਨੇ ਕੀ ਹੈ ਬਹੁਤ ਤਕਲੀਫਾਂ ਦਾ ਸਾਹਮਣਾ ਕੀਤਾ। The women he liked, her father tried to trap him. ਤੇ ਜਿਹੜੀ ਕੁੜੀ ਜਾਂ ਔਰਤ ਨੂੰ ਪਸੰਦ ਕਰਦਾ ਸੀ ਜਿਹੜਾ ਉਹਦਾ ਪਿਓ ਸੀਗਾ, ਟ੍ਰੈਪਡ ਮੀਨਸ ਬ੍ਰਦਰ, Trapped, जाल में फंसा दिया. ਉਹਨੂੰ ਜਾਲ 'ਚ ਫਸਾ ਰਿਹਾ ਸੀਗਾ ਯਾਕੂਬ ਨੂੰ। He ends up marrying two women, Rachel and Leah, sisters. ਉਹਨੇ ਕੀ ਹੈ ਦੋ ਤੀਵੀਆਂ ਨੂੰ ਪਸੰਦ ਕੀਤਾ। He ends up marrying, उनके दो के साथ शादी होती है उसकी, और एक and he has to work 7 years for each of them. In other words, 14 years as a gulam for his father-in-law. ਉਹ ਕੀ ਹੈ 14 ਸਾਲ ਇੱਕ ਤਰ੍ਹਾਂ ਦਾ ਕੀ ਹੈ ਗੁਲਾਮ ਰਿਹਾ ਉਹਨਾਂ ਦੋਨਾਂ ਦੇ ਅਧਿਕਾਰ। 7 ਸਾਲ ਮੀਨਸ ਕਿ ਦੋਨਾਂ ਦਾ 14 ਸਾਲ ਉਹ ਗੁਲਾਮੀ ਦੀ ਤਰ੍ਹਾਂ ਰਿਹਾ। एक बिनती है भैया, चैप्टर 31 में जाओ और 41 पढ़ो. Okay, yeah. Shall I read in Punjabi? Yes, please. Okay. ਇਹ 20 ਵਰੇ ਮੈਂ ਤੇਰੇ ਘਰ ਵਿੱਚ ਰਿਹਾ, ਮੈਂ 14 ਵਰੇ ਤੇਰੀਆਂ ਦੋਹਾਂ ਧੀਆਂ ਲਈ ਤੇਰੀ ਟਹਿਲ ਕੀਤੀ ਅਤੇ 6 ਸਾਲ ਤੇਰੀਆਂ ਭੇਡਾਂ ਲਈ, ਅਤੇ ਤੂੰ 10 ਵਾਰ ਮੇਰੀ ਤਲਬ ਨੂੰ ਬਦਲਿਆ। So we see here a little we can see a little bit in his life. 14 years for two women plus 6 years to look after his flocks, and then even his wages, salary was changed 10 times, it says. ਤੇ ਉਹਨੇ ਦੇਖੋ ਆਪਾਂ ਆਪਣੀ ਲਾਈਫ ਦੇ ਪਿੱਛੇ ਜਾ ਕੇ ਦੇਖਦੇ ਆ ਉਹਨੇ ਕੀ ਕੀਤਾ। ਦੇਖੋ ਉਹਨੇ 14 ਸਾਲ ਉਹਦੀਆਂ ਦੋਨੇ ਧੀਆਂ ਦੀ ਕੀ ਹੈ ਦੇਖ ਰੇਖ ਕੀਤੀ, ਉਹਨਾਂ ਦੇ 14 ਸਾਲ ਅਧਿਕਾਰ ਵਿੱਚ ਰਿਹਾ। ਉਸ ਤੋਂ ਬਾਅਦ ਵੀ ਉਹਨੇ ਜਿਹੜੇ 6 ਸਾਲ ਉਹਦੀਆਂ ਭੇਡਾਂ ਨੂੰ ਸੰਭਾਲਿਆ। ਫਿਰ ਵੀ ਉਸ ਤੋਂ ਬਾਅਦ ਵੀ ਦੇਖੋ ਉਹ ਜਿਹੜੀ ਤਨਖਾਹ ਸੀ, ਸੈਲਰੀ ਕਹਿ ਦਿੰਦੇ ਹਾਂ, ਉਹਨੂੰ ਕੀ 10 ਵਾਰ ਕੀ ਆ ਬਦਲਿਆ ਗਿਆ। So lots of misery in his life. ਤੇ ਬਹੁਤ ਕੀ ਉਤਾਰ ਚੜਾਅ ਜਿਹੜੇ ਉਹਦੀ ਜ਼ਿੰਦਗੀ ਚ ਆਏ ਹੈ। And then if you read in 31, Jacob decides to run away with his wife and children and flock. He just wants to be out of that land and he wants to run away. ਇਸੇ ਕਰਕੇ ਉਹਨੇ ਕੀ ਸੋਚਿਆ ਕਿ ਉਹ ਆਪਣੀਆਂ ਜਿਹੜੀਆਂ ਔਰਤਾਂ ਨੇ ਦੋਨਾਂ ਨੂੰ ਉਹਨਾਂ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਕੀ ਹੈ ਉਸ ਜਗ੍ਹਾ ਤੋਂ ਕੀ ਹੈ ਤੇ ਆਪਣੇ ਕੋਲੋਂ ਲੈ ਕੇ ਕੀ ਉੱਥੋਂ ਭੱਜ ਜਾਵੇ। He has had enough. तंग हो गया वो, too much. ਉਹ ਕੀ ਹੈ ਇੰਨਾ ਕਿ ਜ਼ਿਆਦਾ ਤੰਗ ਹੋ ਗਿਆ ਕਿ ਉਹਨੇ ਇਹ ਫੈਸਲਾ ਕੀਤਾ ਕਿ ਮੈਂ ਇੱਥੋਂ ਭੱਜ ਜਾ। But again, he's running from his father-in-law. But now, again, he's thinking as well,
his brother is waiting for him, so he is going to take revenge. So he's like in a trap. He's caught up in between. ਓਕੇ ਤੇ ਉਹ ਭੱਜ ਕੀ ਤੋਂ ਰਿਹਾ ਸੀ, ਜਿਹੜਾ ਉਹਦਾ ਸਹੁਰਾ ਸੀਗਾ, ਠੀਕ ਹੈ, ਉਹਦੀ ਜਿਹੜੀ ਘਰ ਵਾਲੀਆਂ ਦਾ ਪਿਤਾ ਸੀ, ਉਹ ਉਹਨਾਂ ਤੋਂ ਭੱਜ ਰਿਹਾ ਸੀ। ਪਰ ਉਹਦੇ ਦਿਮਾਗ ਦੇ ਵਿੱਚ ਇੱਕ ਸੋਚ ਹੋਰ ਵੀ ਚੱਲ ਰਹੀ ਸੀ। ਉਹ ਸੋਚ ਕੀ ਚੱਲ ਰਹੀ ਸੀ ਕਿ ਜਿਹੜੇ ਭਰਾ ਤੋਂ ਭੱਜ ਕੇ ਆਇਆ ਕਿ ਉਹ ਵੀ ਬਦਲਾ ਲਵੇਗਾ ਉਹਦੇ ਤੋਂ। ਉਹ ਕੀ ਹੈ, ਉਹ ਆਪਣੇ ਸਹੁਰੇ ਤੇ ਆਪਣੇ ਜਿਹੜਾ ਭਰਾ ਸੀ ਉਹਨਾਂ ਦੋਨਾਂ ਦੇ ਕੀ ਹੈ ਵਿਚਾਲੇ ਫਸ ਗਿਆ ਕਿ ਦੋਨੇ ਹੀ ਮੇਰੇ ਤੋਂ ਬਦਲਾ ਲੈਣਗੇ। So though he runs from his father-in-law, now he's thinking now what will happen with his brother. ਤੇ ਉਹ ਦੇਖੋ ਆਪਣੇ ਕੀ ਹੈ, ਜਿਹੜਾ ਫਾਦਰ ਇਨ ਲਾ ਦਾ ਸਹੁਰਾ ਸੀਗਾ ਉਹ ਤੋਂ ਭੱਜ ਰਿਹਾ ਸੀ, ਠੀਕ ਹੈ, ਤੇ ਉਹਦੇ ਮਨ 'ਚ ਸੋਚ ਆ ਰਹੀ ਸੀ ਕਿ ਹੁਣ ਕੀ ਹੋਊਗਾ ਤੇ ਮੇਰਾ ਭਰਾ ਵੀ ਅੱਗੇ ਖੜਿਆ ਹੈ। And so now we are here in 32 verse 1. ਹੁਣ ਅਸੀਂ ਦੇਖਦੇ ਹਾਂ ਜਦੋਂ 32 ਦੀ 32 ਵਰਸ 1 32 ਦੀ 1 ਦੇ ਵਿੱਚ ਕੀ ਲਿਖਿਆ। Please read. ਯਾਕੂਬ ਆਪਣੇ ਰਾਹ ਪੈ ਗਿਆ ਤਾਂ ਪਰਮੇਸ਼ਰ ਦੇ ਦੂਤ ਉਸ ਨੂੰ ਮਿਲੇ। ਹਾਲੇਲੂਇਆ। Amen. So now you see the beautiful thing about God is that when we are running away from everything, we are trying to go somewhere, we are trying to do something, somehow God is following us. He's following us. ਤੇ ਦੇਖੋ ਜਿਵੇਂ ਕਿ ਉੱਥੇ ਇਹਦੇ ਵਿੱਚ ਵਚਨ 'ਚ ਬਹੁਤ ਵਧੀਆ ਗੱਲ ਲਿਖੀ ਹੈ। ਕਈ ਵਾਰ ਅਸੀਂ ਵੀ ਕਰਦੇ ਹਾਂ, ਅਸੀਂ ਕੀ ਹੈ ਹਰ ਇੱਕ ਚੀਜ਼ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਾਂ, ਹਰ ਇੱਕ ਤੋਂ ਕੀ ਹੈ ਦੂਰ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸ ਸਮੇਂ ਜਿਹੜਾ ਪਰਮੇਸ਼ਰ ਹੈ ਉਹ ਸਾਡਾ ਪੱਲਾ ਨਹੀਂ ਛੱਡਦਾ, ਸਾਡੇ ਪਿੱਛੇ ਪਿੱਛੇ ਰਹਿੰਦਾ ਹੈ। And here we see that the angels of God met Jacob. ਤੇ ਅਸੀਂ ਇਸ ਵਚਨ ਦੇ ਵਿੱਚ ਕੀ ਦੇਖਦੇ ਹਾਂ, ਜਦੋਂ ਰਾਹ ਤੇ ਚੱਲਦਾ ਹੁੰਦਾ ਤਾਂ ਕੀ ਪਰਮੇਸ਼ਰ ਦੇ ਦੂਤ ਆ ਜਿਹੜੇ ਉਹ ਜਾ ਕੇ ਕੀ ਉਹਨੂੰ ਮਿਲਦੇ ਆ। And then now he's on his way. He's trying to organize his group. He's sending some before so that if Esau gets angry and he kills the first group, then he knows that the first group is killed, so that he can still try to run away. So he's a clever, but he's also very bit cunning as well. ਦੇਖੋ ਉਹਨੇ ਜਿੰਨੇ ਵੀ ਉਹਦੇ ਨਾਲ ਸੀਗੇ ਤੁਰੇ ਜਾਂਦੇ ਹੁੰਦੇ ਸੀਗੇ, ਠੀਕ ਹੈ, ਉਹਨਾਂ ਨੇ ਕੀ ਉਹਨੂੰ ਕੀ ਉਹਨਾਂ ਨੇ ਪਹਿਲੇ ਗਰੁੱਪ ਨੂੰ ਕੀ ਹੈ ਮਾਰ ਦਿੱਤਾ ਸੀ, ਪਰ ਉਹ ਫਿਰ ਵੀ ਚਲਾਕ ਸੀਗਾ, ਪਰ ਫਿਰ ਵੀ ਕਿਤੇ ਨਾ ਕਿਤੇ ਕੀ ਆ ਉਹਦੇ ਮਨ ਦੇ ਵਿੱਚ ਕੀ ਲਾਸਟ ਲਾਈਨ ਬ੍ਰਦਰ So that he thinks that if the first group is attacked or killed, then he's behind, so he can run for his life in safety. ਓਕੇ ਉਹ ਜਦੋਂ ਕੀ ਤੁਰਦਾ ਹੁੰਦਾ ਸੀ ਉਹ ਕੀ ਆਪਣੇ ਮੂਹਰੇ ਮਤਲਬ ਕਿ ਸੌਰੀ ਪਿਛਲੀ ਲਾਈਨ ਗਲਤ ਹੋ ਗਈ ਸੀ ਕਿ ਉਹ ਜਦੋਂ ਤੁਰਦਾ ਸੀਗਾ ਨਾ ਉਹ ਆਪਣੇ ਅੱਗੇ ਗਰੁੱਪ ਰੱਖਦਾ ਹੁੰਦਾ ਸੀਗਾ। ਉਹ ਕੀ ਸੋਚਦਾ ਹੁੰਦਾ ਸੀ ਜੇ ਕੋਈ ਹਮਲਾ ਵੀ ਹੋਊਗਾ, ਠੀਕ ਹੈ, ਤਾਂ ਉਹ ਪਹਿਲੇ ਗਰੁੱਪ ਨੂੰ ਮਾਰਨਗੇ, ਠੀਕ ਹੈ, ਜਦੋਂ ਉਹਨੂੰ ਮਾਰਨਗੇ ਉਦੋਂ ਤੱਕ ਕੀ ਮੈਂ ਆਪਣੇ ਆਪ ਨੂੰ ਬਚਾ ਲੂੰਗਾ। ਉਹ ਇੰਨਾ ਕਿ ਜ਼ਿਆਦਾ ਚਲਾਕ ਸੀਗਾ। So he is trying to have his own schemes, plans, ideas, methods for his life. ਤੇ ਉਹਦੀ ਆਪਣੀ ਜ਼ਿੰਦਗੀ ਦੇ ਲਈ ਉਹ ਕਿਸੇ ਦੇ ਨਹੀਂ ਬਲਕਿ ਆਪਣੇ ਖੁਦ ਦੇ ਹੀ ਉਹਦੇ ਪਲਾਨ ਹੁੰਦੇ ਸੀਗੇ, ਆਪਣੀ ਉਹਦੀ ਸਮਝ ਹੁੰਦੀ ਸੀ, ਆਪਣੇ ਹੀ ਉਹਦੇ ਕੀ ਹੈ ਇੱਕ ਰਾਹ ਹੁੰਦੇ ਸੀ ਜਿੱਥੇ ਉਹ ਚੱਲਦਾ ਹੁੰਦਾ ਸੀਗਾ। And many times in our life, we want to organize our own plans. We want to organize our own things, and we don't make God part of it. ਤੇ ਕਈ ਵਾਰ ਅਸੀਂ ਵੀ ਏਦਾਂ ਹੀ ਕਰਦੇ ਹਾਂ, ਅਸੀਂ ਵੀ ਕੀ ਕਰਦੇ ਹਾਂ, ਅਸੀਂ ਵੀ ਆਪਣੀ ਹੀ ਸਮਝ ਨਾਲ ਚੱਲਦੇ ਹਾਂ, ਆਪਣੀਆਂ ਹੀ ਮਰਜ਼ੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਅਸੀਂ ਨਹੀਂ ਚਾਹੁੰਦੇ ਕਿ ਪਰਮੇਸ਼ਰ ਹੈ ਜਿਹੜਾ ਉਹ ਸਾਡੀ ਜ਼ਿੰਦਗੀ ਕੀ ਹੈ ਦਖਲ ਅੰਦਾਜ਼ੀ ਕਰੇ। Many times I say to Christians, please do not marry an unbeliever. Please do not compromise. समझौता मत करने का. ਤੇ ਮੈਂ ਬੜੀ ਵਾਰ ਹਰ ਇੱਕ ਮੇਰੇ ਭੈਣ ਭਰਾ ਜਿਹੜਾ ਮਸੀਹ ਦੇ ਵਿੱਚ ਆ ਖਾਸ ਕਰਕੇ ਉਹਨੂੰ ਕਹਿੰਦਾ ਹੁੰਦਾ ਕਿ ਤੁਸੀਂ ਉਸ ਬੰਦੇ ਦਾ ਵਿਆਹ ਨਾ ਕਰਾਓ ਜਿਹੜਾ ਕਿ ਮਸੀਹ ਦੇ ਵਿੱਚ ਨਹੀਂ ਹੈਗਾ, ਜਿਹੜਾ ਵਿਸ਼ਵਾਸ ਨਹੀਂ ਕਰਦਾ, ਠੀਕ ਹੈ, ਤੇ ਵੀ ਜਿਹੜਾ ਉਹਦੇ ਨਾਲ ਕਿ ਸਮਝੌਤਾ ਵੀ ਤੁਸੀਂ ਨਾ ਕਰੋ ਜਿਹੜਾ ਮਸੀਹ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ। And many times people say, oh, he will come to the Lord later, he will get on fire for God later, and everything is later. ਤੇ ਉਹ ਜਵਾਬ ਦੇ ਵਿੱਚ ਕੀ ਕਹਿੰਦੇ ਆ, ਕੋਈ ਗੱਲ ਨਹੀਂ, ਉਹ ਬਾਅਦ ਦੇ ਵਿੱਚ ਪਰਮੇਸ਼ਰ ਚ ਆ ਜਾਊਗਾ, ਉਹ ਬਾਅਦ ਦੇ ਵਿੱਚ ਖੁਦਾ ਦੀ ਜਿਹੜੀ ਅੱਗ ਦੇ ਨਾਲ ਭਰ ਜਾਊਗਾ, ਉਹ ਬਾਅਦ ਦੇ ਵਿੱਚ ਐਂਕ ਹੋ ਜਾਊਗਾ। Later on he will come to salvation, later on he will love Jesus, later on he will come to church, later on he will do this, later on he will do that, but then that later on never happens in many situations. ਤੇ ਉਹ ਕੀ ਕਹਿੰਦੇ ਨੇ ਕਿ ਉਹ ਬਾਅਦ ਦੇ ਵਿੱਚ ਮੁਕਤੀ ਪਾਲੂਗਾ, ਉਹ ਬਾਅਦ ਦੇ ਵਿੱਚ ਕੀ ਹੈ ਪਰਮੇਸ਼ਰ ਨੂੰ ਪਿਆਰ ਕਰੂਗਾ, ਉਹ ਬਾਅਦ ਦੇ ਵਿੱਚ ਕੀ ਹੈ ਉਹ ਹਰ ਇੱਕ ਚੀਜ਼ ਨੂੰ ਕਰੂਗਾ, ਤੇ ਉਹ ਹਰ ਇੱਕ ਚੀਜ਼ ਨੂੰ ਕੀ ਕਰਦੇ ਰਹਿੰਦੇ ਕਿ ਬਾਅਦ ਵਿੱਚ ਕਰੂਗਾ, ਬਾਅਦ ਵਿੱਚ ਕਰੂਗਾ, ਤੇ ਉਹ ਜਿਹੜੀ ਬਾਅਦ ਵਿੱਚ ਹੁੰਦੀ ਹੈ ਉਹ ਕਦੇ ਵੀ ਨਹੀਂ ਹੁੰਦੀ। So my advice again for anyone who is single is,
If somebody says बाद में, later बाद में, better be careful, बाद में नहीं हो जाएगा. ਤੇ ਜੇ ਅੱਜ ਕੋਈ ਮੇਰਾ ਭੈਣ ਭਰਾ ਇੱਥੇ ਮਸੀਹ ਦੇ ਵਿੱਚ ਹੈ ਤੇ ਉਹ ਇਕੱਲਾ ਸਿੰਗਲ ਹੈ, ਹਜੇ ਮੈਰਿਡ ਨਹੀਂ ਹੈਗਾ, ਤੇ ਜੇ ਕੋਈ ਉਹ ਏਦਾਂ ਦਾ ਕੁਝ ਕਰਨਾ ਚਾਹੁੰਦਾ ਹੈ ਤੇ ਉਹ ਏਦਾਂ ਦੇ ਚੱਕਰ 'ਚ ਨਾ ਫਸੇ ਜਿਹੜਾ ਉਹਨਾਂ ਨੂੰ ਆ ਕੇ ਕਵੇ ਕਿ ਆਪਾਂ ਬਾਅਦ ਦੇ ਵਿੱਚ ਏਦਾਂ ਹੋ ਜੂ, ਬਾਅਦ ਦੇ ਵਿੱਚ ਏਦਾਂ ਜੂ, ਤਾਂ ਉਹ ਕਦੇ ਵੀ ਨਹੀਂ ਹੋਊਗਾ। बाद में ऐसा होता है कि आप खुदा से भी दूर होता है, लेकिन बाद में वो जो दूसरा जो होता है वो बाद में खुदा में ज्यादा नहीं आता है. ऐसा भी होता है both situations which praise the Lord. So let's go into verse 23. ਹੁਣ ਅਸੀਂ ਉਸੇ 32 ਚੈਪਟਰ ਦੀ 23 ਆਇਤ ਦੇ ਵਿੱਚ ਜਾਵਾਂਗੇ ਤੇ ਮੈਂ ਪੰਜਾਬੀ ਦੇ ਵਿੱਚ ਪੜੂੰਗਾ। ਤਾਂ ਉਸਨੇ ਉਹਨਾਂ ਨੂੰ ਲੈ ਕੇ ਨਾਲੇ ਤੋਂ ਪਾਰ ਲੰਘਾਇਆ ਅਤੇ ਜੋ ਉਸਦੇ ਕੋਲ ਸੀ ਪਾਰ ਲੰਘਾ ਦਿੱਤਾ। Amen. Now, Amen. with so much going on for Jacob, he is realizing now at this point that what he really needs to do is that he needs to be alone with God. ਹੁਣ ਦੇਖੋ ਅਸੀਂ ਇਸ ਵਚਨ ਦੇ ਵਿੱਚ ਦੇਖੋ ਕੀ ਪੜ੍ਹਦੇ ਆ। ਉਹ ਸਾਰੀਆਂ ਚੀਜ਼ਾਂ ਦੇ ਹਾਲਾਤਾਂ ਨੂੰ ਦੇਖ ਕੇ, ਸਭ ਕੁਝ ਦੇਖ ਕੇ ਉਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਇਸ ਸਮੇਂ ਉਸ ਨੂੰ ਕੀ ਜ਼ਰੂਰਤ ਹੈ ਕਿ ਉਹ ਇਕੱਲਿਆਂ 'ਚ ਜਾਵੇ ਪਰਮੇਸ਼ਰ ਦੇ ਕੋਲ। He was carrying his wives, he was carrying his children, he was carrying the burden of his servants, he was carrying the burden of the flock, bhedia, goats, cows, maybe camels, whatever. He comes to an understanding that now I must send everybody across and I must be alone. ਤੇ ਦੇਖੋ ਉਹਦੇ ਕੋਲੇ ਜੋ ਵੀ ਸੀਗਾ, ਉਹਦੇ ਕੋਲੇ ਉਹਦਾ ਇੰਨਾ ਭਾਰ ਸੀ, ਕਿਹਦਾ ਭਾਰ ਕਰੀ ਬੈਠਾ ਸੀ, ਉਹਦੀਆਂ ਤੀਵੀਆਂ ਦਾ, ਆਪਣੇ ਗੋਲਿਆਂ ਦਾ, ਆਪਣੇ ਬੱਚਿਆਂ ਦਾ, ਆਪਣੀਆਂ ਭੇਡਾਂ ਦਾ, ਆਪਣੀਆਂ ਗਾਵਾਂ ਦਾ, ਉਹ ਹਰ ਇੱਕ ਚੀਜ਼ ਦਾ ਕੀ ਹੈ ਭਾਰ ਆਪਣੇ ਉੱਤੇ ਨਾਲ ਲਈ ਫਿਰਦਾ ਸੀ। ਪਰ ਉਸ ਸਮੇਂ ਉਹਨੇ ਸੋਚਿਆ ਕਿ ਨਹੀਂ, ਇਹਨਾਂ ਸਾਰਿਆਂ ਨੂੰ ਕੀ ਜਾਣ ਦੇ, ਮੈਂ ਇਕੱਲਾ ਜਿਹੜਾ ਸਮਾਂ ਮੇਰਾ ਪਰਮੇਸ਼ਰ ਦੇ ਨਾਲ ਮੈਨੂੰ ਬਿਤਾਉਣ ਦੀ ਲੋੜ ਹੈ। Because all this time he was working for his father-in-law, he had no choice, poor guy. He was serving his wives, he was serving his children, he was busy doing things for others, but he had not really had time for himself and God alone. ਤੇ ਉਦੋਂ ਪਹਿਲਾਂ ਵੀ ਆਪਾਂ ਦੇਖੋ ਕਹਾਣੀ ਜੀ ਜਿਵੇਂ ਪੜਿਆ ਕਿ ਉਹਨੇ ਪਹਿਲਾਂ ਵਾਲਾ ਜਿਹੜਾ ਸਮਾਂ ਸੀ ਉਹਨੇ ਆਪਣੇ ਸਹੁਰੇ ਸਾਹਿਬ ਨੂੰ ਦੇ ਦਿੱਤਾ, ਉਹਨਾਂ ਦੇ ਕੰਮ ਕਰਦੇ ਰਿਹਾ। ਫਿਰ ਉਹਦਾ ਜਿਹੜਾ ਸਮਾਂ ਸੀ ਉਹਨੇ ਆਪਣੇ ਤੀਵੀਆਂ ਨੂੰ ਦੇ ਦਿੱਤਾ, ਫਿਰ ਜਿਹੜਾ ਸਮਾਂ ਸੀ ਉਹਨੇ ਆਪਣੇ ਬੱਚਿਆਂ ਨੂੰ ਦਿੱਤਾ। ਠੀਕ ਹੈ, ਤਾਂ ਉਹਦੀ ਪੂਰੀ ਜ਼ਿੰਦਗੀ ਸੀ ਜਿਹੜੀ ਬਹੁਤ ਹੀ ਜ਼ਿਆਦਾ ਕੀ ਹੈ ਬਿਜ਼ੀ ਲਾਈਫ ਸੀਗੀ। ਤਾਂ ਉਸ ਤੋਂ ਬਾਅਦ ਉਹਨੂੰ ਲੱਗਿਆ ਕਿ ਉਹਦਾ ਜਿਹੜਾ ਸਮਾਂ ਸੀ ਪਰਮੇਸ਼ਰ ਦੇ ਨਾਲ ਦੇਣਾ ਉਹਨੇ ਨਹੀਂ ਦਿੱਤਾ। And look at what happens when he does this. ਤੇ ਦੇਖੋ ਜਦੋਂ ਉਹਨੇ ਇਕੱਲਿਆਂ ਰਹਿ ਕੇ ਫੈਸਲਾ ਕੀਤਾ ਕਿ ਮੈਂ ਪਰਮੇਸ਼ਰ ਨਾਲ ਸਮਾਂ ਬਿਤਾਵਾਂ, ਤਾਂ ਦੇਖੋ ਕੀ ਹੋਇਆ ਅੱਗੇ। Now, I'm not saying to anyone to send your wife out of your house and kick your children out and don't do work and don't come to church and be alone. I'm not saying that. ਮੇਰਾ ਮਤਲਬ ਇਹ ਨਹੀਂ ਹੈਗਾ ਹੁਣ ਜੇ ਮੈਂ ਪ੍ਰਚਾਰ ਕਰ ਰਿਹਾ ਕਿ ਤੁਸੀਂ ਆਪਣੀ ਘਰ ਵਾਲੀ ਨੂੰ ਬਾਹੋਂ ਫੜ ਕੇ ਘਰੋਂ ਬਾਹਰ ਕਰ ਦਿਓ ਜਾਂ ਆਪਣੇ ਬੱਚਿਆਂ ਨੂੰ ਬਾਹਰ ਕੱਢ ਦਿਓ ਜਾਂ ਕਹੋ ਕਿ ਚਰਚ ਹੀ ਨਾ ਹੋ ਜਾਂ ਕੰਮ ਛੱਡ ਦਿਓ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਏਦਾਂ ਹੀ ਇਕੱਲੇ ਰਹੋ। But what I'm trying to say is the importance of trying to set aside a time to be alone from our wives, from our children, from our friends, from all that distractions. ਪਰ ਮੇਰੀ ਕਹਿਣ ਦੀ ਕੋਸ਼ਿਸ਼ ਕੀ ਹੈ ਕਿ ਕੁਝ ਜਿਹੜਾ ਪੂਰੇ ਦਿਨ ਦੇ ਵਿੱਚ ਤੁਹਾਡਾ ਇੱਕ ਇਦਾਂ ਦਾ ਸਮਾਂ ਬਣਾਓ ਕਿ ਤੁਸੀਂ ਪਰਮੇਸ਼ਰ ਦੇ ਨਾਲ ਇਕੱਲਿਆਂ ਚ ਜਾਓ। ਉਸ ਸਮੇਂ ਤੁਹਾਡੇ ਬੱਚੇ, ਤੁਹਾਡੀ ਘਰ ਵਾਲੀ, ਤੁਹਾਡੇ ਕੰਮ, ਤੁਹਾਡੇ ਜਿਹੜੀ ਤੁਹਾਨੂੰ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ ਜਾਂ ਤੁਹਾਡਾ ਧਿਆਨ ਭਟਕਾਉਂਦੀਆਂ ਨੇ, ਉਸ ਚੀਜ਼ ਤੋਂ ਦੂਰ ਹੋਵੋ। Amen, amen. Oh, I am so sorry we did not start recording this. Okay, I will start recording. I'm so sorry. Okay. Praise the Lord. So let's continue. Look what happens in 24. Davinder, read please. Yes. ਤਾਂ ਦੇਖੋ 24 ਦੇ ਵਿੱਚ ਕੀ ਹੋਇਆ। ਤਾਂ ਯਾਕੂਬ ਇਕੱਲਾ ਰਹਿ ਗਿਆ ਅਤੇ ਉਸ ਦੇ ਨਾਲ ਇੱਕ ਮਨੁੱਖ ਦਿਨ ਚੜਾਇਓ ਇੱਕ ਘੁਲਦਾ ਰਿਹਾ। Hallelujah. You know that when he decides to send everybody across and he stays behind to do business with God, the first thing that happens is the Lord Jesus himself comes and meets Jacob in verse 24. Now look, we are going to look at step by step what happens after that. ਦੇਖੋ ਜਦੋਂ ਆਪਾਂ ਇਹ ਚੀਜ਼ਾਂ ਨੂੰ ਸਟੈਪ ਬਾਈ ਸਟੈਪ ਦੇਖਾਂਗੇ, ਦੇਖੋ ਕੀ ਹੁੰਦਾ ਜਦੋਂ ਉਹਨੇ ਸਾਰੇ ਆਪਣੇ ਬੱਚਿਆਂ, ਆਪਣੇ ਤੀਵੀਆਂ ਨੂੰ ਕੀ ਅੱਗੇ ਭੇਜ ਦਿੱਤਾ ਤੇ ਉਹਨੇ ਇੱਕ ਫੈਸਲਾ ਕੀਤਾ ਕਿ ਮੈਂ ਇਕੱਲਿਆਂ ਦੇ ਵਿੱਚ ਰਵਾਂ। ਤਾਂ ਦੇਖੋ ਕੀ ਹੁੰਦਾ
ਤਾਂ ਜਦੋਂ ਇਕੱਲਾ ਰਹਿੰਦਾ ਤਾਂ ਜਿਹੜਾ ਪਰਮੇਸ਼ਰ ਆ ਉਹ ਖੁਦ ਆਪ ਆਉਂਦਾ ਹੈ, ਉਹਦੇ ਨਾਲ ਮਿਲਦਾ ਹੈ। ਹਾਲੇਲੂਇਆ। Amen. स्टेप बाय स्टेप नहीं भैया, पोदिया पे पोदिया, सही है ना गल? ਸਹੀ। हाँ, मैं सीखा, ये मैं नए लफ्ज सीखा हूँ। हालेलुया, प्रेज द लॉर्ड। 25 पढ़ो, 25 पढ़ो। ਹੁਣ ਆਪਾਂ 25 ਚ ਜਾਵਾਂਗੇ। ਤਾਂ ਜਦ ਉਸ ਵੇਖਿਆ ਕਿ ਮੈਂ ਇਸ ਨੂੰ ਜਿੱਤ ਨਹੀਂ ਸਕਦਾ ਤਾਂ ਉਸ ਦੇ ਪੱਟ ਦੇ ਜੋੜ ਨੂੰ ਹੱਥ ਲਾ ਦਿੱਤਾ ਅਤੇ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਭੁੱਲਣ ਦੇ ਕਾਰਨ ਨਿਕਲ ਗਿਆ। And read 26 please. ਤਾਂ ਉਸ ਆਖਿਆ ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ ਗਿਆ ਹੈ। ਉਸ ਆਖਿਆ ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜਦ ਤੀਕ ਤੂੰ ਮੈਨੂੰ ਬਰਕਤ ਨਾ ਦੇਵੇਂ। Hallelujah. Jacob is not leaving Jesus. He's saying, you will not leave me unless and until you bless me now, Lord. ਦੇਖੋ ਯਾਕੂਬ ਨੇ ਉਹਨਾਂ ਚਿਰ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਛੱਡਿਆ। ਉਹ ਕਹਿੰਦਾ ਮੈਂ ਤੈਨੂੰ ਉਹਨਾਂ ਚਿਰ ਨਹੀਂ ਛੱਡਾਂਗਾ ਜਿੰਨਾ ਚਿਰ ਤੂੰ ਕੀ ਮੈਨੂੰ ਬਰਕਤ ਨਹੀਂ ਦਿੰਦਾ, ਕੋਈ ਬਲੈਸਿੰਗ ਨਹੀਂ ਦਿੰਦਾ। Amen. How many of us want to hold Jesus and say to Jesus, I will not let you go till you bless me, Lord? ਤੇ ਹੁਣ ਸਾਡੇ ਚ ਕਿੰਨੇ ਜਣੇ ਸਾਰੇ ਭੈਣ ਭਰਾ ਨੇ ਜਿਹੜੇ ਕਹਿੰਦੇ ਨੇ ਕਿ ਅੱਜ ਪ੍ਰਭੂ ਯਿਸੂ ਮਸੀਹ ਅਸੀਂ ਤੈਨੂੰ ਨਹੀਂ ਛੱਡਣਾ ਤੇ ਜਿੰਨਾ ਚਿਰ ਸਾਨੂੰ ਬਰਕਤ ਨਹੀਂ ਦਿੰਦਾ। Because many times we hold on to Jesus and we get little bit tired, we get discouraged, we get distracted. But Jacob, he all night, it says, he would not let Jesus go away from him. He was wrestling with him. ਦੇਖੋ ਕਈ ਵਾਰ ਅਸੀਂ ਜਿਹੜੇ ਅਸੀਂ ਆਪਾਂ ਮਸੀਹ ਸਾਰੇ ਠੀਕ ਆ ਤਾਂ ਅਸੀਂ ਕਈ ਵਾਰ ਕੀ ਹੋ ਜਾਂਦੇ ਆ ਆਪਣੇ ਚੀਜ਼ਾਂ ਤੋਂ ਧਿਆਨ ਭਟਕ ਜਾਂਦਾ, ਅਸੀਂ ਉਹ ਚੀਜ਼ ਪੂਰੀ ਨਹੀਂ ਕਰ ਪਾਉਂਦੇ। ਪਰ ਦੇਖੋ ਯਾਕੂਬ ਨੇ ਕੀ ਕੀਤਾ, ਉਹਨੇ ਪੂਰੀ ਰਾਤ ਉਹਦੇ ਨਾਲ ਭੁੱਲਦਾ ਰਿਹਾ, ਪੂਰੀ ਰਾਤ ਉਹਦੇ ਨਾਲ ਕੀ ਹੈ ਭੁੱਲ ਕੇ ਉਹਨੂੰ ਫੜ ਕੇ ਰੱਖਿਆ। ਕੀ ਕਿਹਾ ਕਿ ਮੈਂ ਤੈਨੂੰ ਉਦੋਂ ਤੱਕ ਨਹੀਂ ਜਾਣ ਦਿਆਂਗਾ ਜਦੋਂ ਤੱਕ ਤੂੰ ਮੈਨੂੰ ਬਰਕਤ ਨਹੀਂ ਦਿੰਦਾ। Hallelujah. We must come alone to be with Jesus and we must desire to hold Jesus. ਸਾਡਾ ਜਿਹੜਾ ਮਕਸਦ ਹੋਣਾ ਚਾਹੀਦਾ ਉਹ ਕੀ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਇਕੱਲੇ 'ਚ ਸਮਾਂ ਬਤੀਤ ਕਰੀਏ। ਤੇ ਜਿਹੜਾ ਸਾਡਾ ਮਕਸਦ ਉਸ ਸਮੇਂ ਹੋਣਾ ਚਾਹੀਦਾ ਇਕੱਲਿਆਂ 'ਚ ਵੀ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਪਕੜ ਕੇ ਰੱਖੀਏ, ਫੜ ਕੇ ਰੱਖੀਏ। So if anything is holding you back today, send them across. Send them across. ਜੇ ਅੱਜ ਕੋਈ ਤੁਹਾਨੂੰ ਹੋਰ ਚੀਜ਼ ਫੜ ਕੇ ਰੱਖ ਰਹੀ ਹੈ ਤਾਂ ਅੱਜ ਉਸ ਸਾਰੀ ਚੀਜ਼ ਨੂੰ ਕੀ ਹੈ ਜਿਵੇਂ ਯਾਕੂਬ ਨੇ ਕੀਤਾ Can somebody? Hallelujah. Thank you, Suman. Welcome. So let not anyone rob your blessing. Let not anyone stop you from reaching the goal that Jesus has for you. ਇਹ ਆਪਣੇ ਆਪ ਦੇ ਮਕਸਦ ਨੂੰ ਇਸ ਤਰ੍ਹਾਂ ਦਾ ਬਣਾਓ ਪ੍ਰਭੂ ਦੇ ਅੱਗੇ ਕਿ ਜਿਹੜੀਆਂ ਤੁਹਾਡੀਆਂ ਬਰਕਤਾਂ ਨੇ ਪਰਮੇਸ਼ਰ ਦੇ ਲਈ ਜੋ ਬਰਕਤਾਂ ਤੁਹਾਨੂੰ ਦੇਣੀਆਂ ਚਾਹੁੰਦਾ ਉਹ ਤੁਹਾਡੀਆਂ ਕੋਈ ਰੋਕ ਨਾ ਸਕੇ, ਤੁਹਾਡੇ ਤੋਂ ਚੁਰਾ ਨਾ ਸਕੇ ਤੇ ਉਹ ਤੁਸੀਂ ਕੀ ਉਸ ਚੀਜ਼ ਨੂੰ ਫੜ ਕੇ ਰੱਖ ਸਕੋ। And then in verse 27, something else happens. Read, please. ਤੇ ਹੁਣ ਦੇਖੋ 27 ਦੇ ਵਿੱਚ ਕੁਝ ਵੱਖਰਾ ਹੋ ਰਿਹਾ ਹੈ। Oh, read 27, 28 as well, please. ਉਹਨੂੰ ਆਖਿਆ ਤੇਰਾ ਨਾਮ ਕੀ ਹੈ? ਉਸ ਆਖਿਆ ਯਾਕੂਬ। 28. ਤਾਂ ਉਸ ਆਖਿਆ ਕਿ ਤੇਰਾ ਨਾਮ ਕੀ ਹੈ? ਉਸਨੇ ਆਖਿਆ ਯਾਕੂਬ। ਉਸ ਆਖਿਆ ਤੇਰਾ ਨਾਮ ਹੁਣ ਤਾਂ ਯਾਕੂਬ ਨਹੀਂ ਆਖਿਆ ਜਾਵੇਗਾ ਸਗੋਂ ਇਜ਼ਰਾਈਲ, ਕਿਉਂ ਜੋ ਤੂੰ ਪਰਮੇਸ਼ਰ ਅਤੇ ਮਨੁੱਖਾਂ ਨਾਲ ਯੁੱਧ ਕਰਕੇ ਜਿੱਤ ਗਿਆ। ਹਾਲੇਲੂਇਆ। Hallelujah. He has an encounter, and actually his name Jacob means one who schemes, one who does wrong things, one who does his own thing, one who does his own plans. And God is saying from today, Jacob, you are not going to do your own plans. You are not going to do your own things. You're not going to do your own methods. Your name will be now Israel, the father of many. Hallelujah. ਹਾਲੇਲੂਇਆ। ਤਾਂ ਦੇਖੋ ਉਸ ਸਮੇਂ ਕੀ ਹੈ, ਉਸ ਨੂੰ ਕੀ ਕਿਹਾ ਗਿਆ ਕਿ ਅੱਜ ਤੋਂ ਤੇਰਾ ਨਾਂ ਯਾਕੂਬ ਨਹੀਂ ਹੋਊਗਾ। ਤੂੰ ਉਹ ਯਾਕੂਬ ਨਹੀਂ ਜਿਹੜਾ ਤੂੰ ਗਲਤ ਕੰਮ ਕਰ ਰਿਹਾ ਸੀ ਜਾਂ ਕੀ ਏਦਾਂ ਦੀਆਂ ਚੀਜ਼ਾਂ ਦੇ ਵਿੱਚ ਫਸਿਆ ਹੋਇਆ ਸੀ ਜਿੱਥੋਂ ਤੂੰ ਨਿਕਲ ਨਹੀਂ ਸੀ ਪਾ ਰਿਹਾ, ਬਲਕਿ ਅੱਜ ਤੋਂ ਤੇਰਾ ਨਾਮ ਜਿਹੜਾ ਉਹ ਇਜ਼ਰਾਈਲੀਆਂ ਦੇ ਵਿੱਚ ਜਾਵੇਗਾ ਤੇ ਕਈਆਂ ਦੇ ਲਈ ਤੂੰ ਕੀ ਆ ਪਿਤਾ ਦੇ ਸਮਾਨ ਹੋਏਗਾ। ਹਾਲੇਲੂਇਆ। Amen, amen. And then still Jacob in 29 is not leaving him, and he's saying, what is your name? And then you know what happens? Jesus blesses him. He blesses Jacob. ਤੇ ਦੇਖੋ 29 ਦੇ ਵਿੱਚ ਵੀ ਕੀ ਹੈ, ਯਾਕੂਬ ਨੇ
ਪੁੱਛ ਕੇ ਆਖਿਆ ਮੈਨੂੰ ਆਪਣਾ ਨਾਮ ਦੱਸੀ ਤਾਂ ਉਸ ਆਖਿਆ ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈ ਤਾਂ ਉਸਨੇ ਉਹਨੂੰ ਉੱਥੇ ਵੀ ਬਰਕਤ ਦਿੱਤੀ ਹਾਲੇਲੂਇਆ Amen. And in verse 30 we see in verse 30 that Jacob called that place Peniel. इसका मतलब फेस ऑफ गॉड, खुदा का मुंह उसने देखा, खुदा का बरकत पाई, खुदा से मुलाकात हुई, खुदा से उसका पूरा लाइफ अभी नया नाम मिला. एवरीथिंग इज चेंजिंग हियर इन जीसस नेम. ਤੇ ਉਸ ਸਮੇਂ ਦੇਖੋ ਯਾਕੂਬ ਨੇ ਉਸ ਥਾਂ ਦਾ ਜਿਹੜਾ ਨਾਮ ਵੀ ਕੀ ਹੈ ਪੈਨੀਆਲ ਰੱਖਿਆ. ਉਹਦਾ ਮਤਲਬ ਕੀ ਹੈ ਪਰਮੇਸ਼ਰ ਦਾ ਚਿਹਰਾ, ਜਿਹੜਾ ਕਿ ਉਸਨੇ ਉੱਥੇ ਦੇਖਿਆ ਸੀਗਾ ਤੇ ਉਹਦੀ ਜਿਹੜੀ ਪੂਰੀ ਜ਼ਿੰਦਗੀ ਸੀ ਉਹ ਬਦਲ ਗਈ ਤੇ ਜਿਹੜਾ ਉਹਦਾ ਨਾਮ ਸੀਗਾ ਉਹ ਵੀ ਬਦਲ ਗਿਆ. ਜਿਹੜਾ ਉਹਨੇ ਕੀਤਾ ਸੀ ਸਭ ਕੁਝ ਕੀ ਹੈ ਬਦਲ ਗਿਆ ਤੇ ਉਹਨੇ ਕੀ ਹੈ ਪਰਮੇਸ਼ਰ ਨਾਲ ਆਮਣੇ ਸਾਹਮਣੇ ਕੀ ਇੱਕ ਮੁਲਾਕਾਤ ਕੀਤੀ. Amen. And in verse 31 we see that something new happens in Jacob's life spiritually, I believe, even though it says that the sun rose upon him, but I believe it is a spiritual a sun that rose upon Jacob. You can read by 31, it will make sense to you more. ਤੇ 31 ਵਰਸ ਪੜਾਂਗੇ, ਉਹਦੇ ਵਿੱਚ ਇੱਕ ਹੋਰ ਵਧੀਆ ਗੱਲ ਲਿਖੀ ਹੈ ਇੱਕ ਆਤਮਿਕ ਤੌਰ ਤੇ ਜਿਹੜੀ ਕਿ ਅਸੀਂ ਪੜਾਂਗੇ. ਅਤੇ ਜਦ ਉਹ ਪੈਨੀਆਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ ਗਿਆ ਸੀ ਅਤੇ ਉਹ ਆਪਣੇ ਪੱਟ ਤੋਂ ਲੰਘਾ ਸੀ. Amen. So we see the sun Amen. that rose on him, and now in the spiritual context, the Son of God will rise upon us in Jesus' name. ਤੇ ਦੇਖੋ ਜਦੋਂ ਅਸੀਂ ਇਹ ਵਰਸ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਸੂਰਜ ਚੜ ਗਿਆ ਸੀ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਿਹੜਾ ਆਤਮਿਕ ਤੌਰ ਤੇ ਸੀ ਉਹ ਜਿਹੜਾ ਚਾਨਣ ਸੀ ਸੂਰਜ ਦਾ ਪ੍ਰਭੂ ਯਿਸੂ ਮਸੀਹ ਦਾ ਉਹਦੇ ਉੱਤੇ ਕੀ ਹੈ ਆਇਆ. Amen. So the Lord is encouraging us that send everybody across and be alone. Do business with him. ਇਸੇ ਤਰ੍ਹਾਂ ਪਰਮੇਸ਼ਰ ਸਾਨੂੰ ਉਤਸ਼ਾਹਿਤ ਕਰ ਰਿਹਾ ਅੱਜ ਕਿਸ ਚੀਜ਼ ਦੇ ਲਈ ਕਿ ਜੋ ਚੀਜ਼ਾਂ ਤੁਹਾਨੂੰ ਕੀ ਹੈ ਧਿਆਨ ਭਟਕਾਉਣ ਵਾਲੀਆਂ ਨੇ ਉਹਨਾਂ ਨੂੰ ਕਿ ਅੱਗੇ ਭੇਜ, ਮੇਰੇ ਨਾਲ ਇਕੱਲਿਆਂ 'ਚ ਬੈਠ ਤੇ ਮੇਰੇ ਨਾਲ ਇਕੱਲਿਆਂ 'ਚ ਸਮਾਂ ਬਿਤਾ. So today, what is really stopping you? Ask yourself a question. What is really the distraction in your life? ਤੇ ਅੱਜ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਅਸੀਂ ਸਾਰੇ ਕੁਐਸਚਨ ਕਰੋ, ਪ੍ਰਸ਼ਨ ਕਰੋ ਉਹਨਾਂ ਨੂੰ ਕਿ ਕਿਹੜੀ ਜਿਹੜੀ ਚੀਜ਼ ਹੈ ਜਿਹੜੀ ਸਾਨੂੰ ਸਾਡਾ ਧਿਆਨ ਭਟਕਾ ਰਹੀ ਹੈ ਜਾਂ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ. ਉਹਨਾਂ ਚੀਜ਼ਾਂ ਦੇ ਨਾਲ ਅੱਜ ਗੱਲਬਾਤ ਕਰੋ. Yes, because we need to get rid of these things to go into another season with Jesus. ਕੀ ਹੈ ਇੱਕ ਹੋਰ ਜਿਹੜਾ ਨਵਾਂ ਸੀਜ਼ਨ ਹੈ, ਜਿਹੜਾ ਨਵਾਂ ਤੁਹਾਡਾ ਕੀ ਹੈ ਨਵਾਂ ਸਮਾਂ ਆਵੇ ਜਿਹੜਾ ਠੀਕ ਹੈ ਉਹ ਆਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਨਾਲ ਜੋ ਚੀਜ਼ਾਂ ਤੁਹਾਨੂੰ ਤੰਗ ਕਰ ਰਹੀਆਂ ਉਹਨਾਂ ਨੂੰ ਛੱਡੋ ਉੱਥੇ. You have a name that has been given to you, and you are maybe that name is having some sort of not bad effects, but God, what I'm trying to say is God wants to give you a new name today. ਤੇ ਜਿਹੜਾ ਤੁਹਾਡਾ ਨਾਮ ਹੈ ਇਹ ਨਾਮ ਮੈਂ ਨਹੀਂ ਕਹਿੰਦਾ ਕਿ ਉਹ ਮਾੜਾ ਹੈ, ਪਰ ਪਰਮੇਸ਼ਰ ਤੁਹਾਨੂੰ ਇੱਕ ਨਵਾਂ ਨਾਮ ਦੇਣਾ ਚਾਹੁੰਦਾ ਜਿਵੇਂ ਯਾਕੂਬ ਨੂੰ ਦਿੱਤਾ ਸੀਗਾ ਉਸ ਤਰ੍ਹਾਂ ਤੁਹਾਨੂੰ ਇੱਕ ਨਵਾਂ ਨਾਮ ਦੇ ਨਾਲ ਇੱਕ ਨਵੀਂ ਬਰਕਤ ਦੇਣੀ ਚਾਹੁੰਦਾ. He wants to do something new in the spiritual realm in your life. ਤੇ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਤਮਿਕ ਤੌਰ ਤੇ ਇੱਕ ਨਵੀਂ ਚੀਜ਼ ਕਰਨੀ ਚਾਹੁੰਦਾ. And maybe he's giving you really a new name today. I don't know. Maybe he's giving a new name and just receive that today. ਤੇ ਹੋ ਸਕਦਾ ਪਰਮੇਸ਼ਰ ਨੇ ਤੁਹਾਨੂੰ ਉਹ ਨਾਮ ਦੇ ਦਿੱਤਾ ਹੋਵੇ ਜਾਂ ਹੋ ਸਕਦਾ ਪਰਮੇਸ਼ਰ ਨੇ ਤੁਹਾਨੂੰ ਨਾਮ ਹਜੇ ਨਹੀਂ ਦਿੱਤਾ ਤਾਂ ਜੋ ਦੇਣ ਉਹ ਸਮਾਂ ਜਿਹੜੇ ਕਿ ਤੁਸੀਂ ਇੱਕ ਨਵਾਂ ਨਾਮ ਲੈ ਸਕਦੇ ਹੋ. Hallelujah. I believe he's giving Suman a new name today. New name. ਹੋ ਸਕਦਾ ਅੱਜ ਸੁਮਨ ਸਿਸਟਰ ਨੂੰ ਇੱਕ ਅੱਜ ਨਵਾਂ ਨੇਮ ਦੇ ਰਿਹਾ ਹੋਵੇ ਪਰਮੇਸ਼ਰ. Hallelujah. I believe, Anita, you are getting a new name, a spiritual new name from Jesus. Ask him what it is. ਤੇ ਅੱਜ ਮੈਂ ਸਿਸਟਰ ਅਨੀਤਾ ਨੂੰ ਵੀ ਕਹਿਣਾ ਚਾਹੁੰਦਾ ਕਿ ਪ੍ਰਭੂ ਯਿਸੂ ਮਸੀਹ ਅੱਜ ਤੁਹਾਨੂੰ ਨਵਾਂ ਨਾਮ ਦੇ ਰਹੇ ਨੇ ਆਤਮਿਕ ਤੌਰ ਤੇ ਪਰਮੇਸ਼ਰ ਨੂੰ ਪੁੱਛੋ ਨਵਾਂ ਨਾਮ ਕੀ ਹੈ. Hallelujah. I don't know what is the meaning of Anita, but he's going to make you better and more beautiful in the spirit than Anita. Hallelujah. ਹਾਲੇਲੂਇਆ. ਮੈਨੂੰ ਇਹ ਨਹੀਂ ਪਤਾ ਕਿ ਅਨੀਤਾ ਨਾਮ ਦਾ ਮਤਲਬ ਕੀ ਹੈ, ਪਰ ਮੇਰਾ ਵਿਸ਼ਵਾਸ ਅੱਜ ਕਿ ਤੁਹਾਨੂੰ ਇੱਕ ਅਨੀਤਾ ਤੋਂ ਹਟ ਕੇ ਵੀ ਇੱਕ ਨਵਾਂ ਨਾਮ ਦਾ ਇੱਕ ਅੱਛਾ ਮਕਸਦ ਹੈ ਜਿਹੜਾ
ਸਪਿਰਚੁਅਲੀ ਆਤਮਿਕ ਤੌਰ ਤੇ ਤੁਹਾਨੂੰ ਕੀ ਹੈ ਪਰਮੇਸ਼ਰ ਦੇਣ ਦੀ ਕੋਸ਼ਿਸ਼ ਕਰ ਰਿਹਾ ਦੇਵੇਗਾ। Hallelujah. Also, Jennifer, God is giving you a new name today. Receive the new name in the spiritual sense to go forward and to have your own encounter with all the distractions being put away in Jesus' name. There are some things that are distracting you. Hallelujah. ਪਰ ਅੱਜ ਤੈਨੂੰ ਵੀ ਪਰਮੇਸ਼ਰ ਕੁਛ ਨਾ ਕੁਛ ਨਵਾਂ ਨਾਮ ਦੇ ਰਿਹਾ ਆਤਮਿਕ ਤੌਰ ਤੇ ਉਸ ਨੂੰ ਰਿਸੀਵ ਕਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੇ ਤੈਨੂੰ ਉਹ ਬਰਕਤ ਹੈ ਜਿਹੜੀ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਤੈਨੂੰ ਮਿਲੇ ਨਵੇਂ ਨਾਮ ਦੇ ਨਾਲ। And I believe there are many people here, and the verse 23 is very much applicable for you for your breakthrough. ਤੇ ਜਿਹੜਾ 23 ਵਰਸ ਹੈ ਜਿਹੜਾ ਅਸੀਂ ਪੜ੍ਹਿਆ ਸੀਗਾ ਕਿ ਉਹਨੇ ਸਾਰਿਆਂ ਨੂੰ ਅੱਗੇ ਕੱਢ ਦਿੱਤਾ ਤੇ ਆ ਪਿੱਛੇ ਰਹਿ ਗਿਆ। ਸਾਡੀਆਂ ਜ਼ਿੰਦਗੀ ਜਿੰਨੇ ਵੀ ਅਸੀਂ ਸਾਰੇ ਬੈਠੇ ਆ ਅਸੀਂ ਸੁਣ ਰਹੇ ਹਾਂ ਜਾਂ ਦੇਖ ਰਹੇ ਹਾਂ ਤਾਂ ਸਾਡੀਆਂ ਜ਼ਿੰਦਗੀਆਂ ਨੂੰ ਉਹ ਇੱਕ ਅੱਛਾ ਵਰਸ ਹੈ ਕਿ ਸਾਡੀਆਂ ਜ਼ਿੰਦਗੀਆਂ ਦਾ ਛੁਟਕਾਰਾ ਹੋ ਸਕੇ। Amen. Read that, brother, again, please. ਮੈਂ 23 ਵਰਸ ਨੂੰ ਦੁਬਾਰਾ ਫਿਰ ਤੋਂ ਪੜਾਂਗਾ। ਉਹਦੇ ਵਿੱਚ ਕੀ ਲਿਖਿਆ ਤਾਂ ਉਸਨੇ ਉਹਨਾਂ ਨੂੰ ਲੈ ਕੇ ਨਾਲੇ ਤੋਂ ਪਾਰ ਲੰਘਾਇਆ ਅਤੇ ਜੋ ਉਸਦੇ ਕੋਲ ਸੀ ਪਾਰ ਲੰਘਾ ਦਿੱਤਾ। ਹਾਲੇਲੂਇਆ। Amen. So, nale ke par, we must send everything nale ke par for our breakthrough in the name of Jesus. ਅਸੀਂ ਅੱਜ ਉਹੀ ਚੀਜ਼ ਕਰਾਂਗੇ। ਅਸੀਂ ਸਾਰੀਆਂ ਜਿਹੜੀਆਂ ਚੀਜ਼ਾਂ ਸਾਨੂੰ ਕੀ ਹੈ ਪਰੇਸ਼ਾਨ ਕਰ ਰਹੀਆਂ ਜਾਂ ਰੋਕ ਰਹੀਆਂ ਨੇ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਧਿਆਨ ਭਟਕਾ ਰਹੇ ਨੇ ਅਸੀਂ ਨਾਲੇ ਤੋਂ ਅੱਗੇ ਕੱਢਾਂਗੇ ਤੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਰਕਤ ਪਾਵਾਂਗੇ। Amen. So that we can be alone to do business with Him, so that we can have an encounter with Him, so that we will wrestle with Him all day and all night, and we will not let Him go till He blesses us. ਅਸੀਂ ਆਪਣਾ ਸਮਾਂ ਜਿਹੜਾ ਪਰਮੇਸ਼ਰ ਦੇ ਨਾਲ ਇਕੱਲੇ 'ਚ ਬਿਤਾਵਾਂਗੇ ਅਸੀਂ ਉਹਨਾਂ ਦੇ ਨਾਲ ਇਕੱਲਿਆਂ ਦੇ ਨਾਲ ਮੁਲਾਕਾਤ ਕਰਾਂਗੇ ਤੇ ਅਸੀਂ ਪੂਰੀ ਰਾਤ ਉਹਦੇ ਨਾਲ ਘੁਲਾਂਗੇ ਅਸੀਂ ਉਹਨੂੰ ਨਹੀਂ ਛੱਡਾਂਗੇ ਜਦੋਂ ਤੱਕ ਕਿ ਤੁਹਾਨੂੰ ਬਰਕਤ ਨਾ ਦੇਵੇ। ਹਾਲੇਲੂਇਆ। And if you have that mindset to not to leave Jesus till He blesses you, I promise you, He will bless you. We need to be persevering for our blessing. ਜੇ ਤੁਹਾਡੇ ਦਿਮਾਗ ਦੀ ਸੋਚ ਅੱਜ ਇੱਕ ਥਾਂ ਤੇ ਸਥਿਰ ਬਣੀ ਹੋਈ ਹੈ ਤੇ ਤੁਸੀਂ ਅੱਜ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਛੱਡਣਾ ਚਾਹ ਰਹੇ ਤੇ ਪਰਮੇਸ਼ਰ ਨੂੰ ਕਹਿ ਰਹੇ ਹੋ ਕਿ ਮੈਂ ਤੈਨੂੰ ਨਹੀਂ ਛੱਡਾਂਗਾ ਉਹਨਾਂ ਚਿਰ ਜਿੰਨਾ ਚਿਰ ਤੂੰ ਮੈਨੂੰ ਬਰਕਤ ਨਹੀਂ ਦੇਵੇਂਗਾ ਤਾਂ ਮੇਰਾ ਅੱਜ ਦੀ ਰਾਤ ਵਿਸ਼ਵਾਸ ਹੈ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰਕੇ ਬਰਕਤ ਦੇਵੇਗਾ। Hallelujah. New name, new encounter, newness, new season, new blessings are waiting for us if we do as it is written in verse 23. ਅੱਜ ਇੱਕ ਨਵਾਂ ਨਾਮ ਨਵੇਂ ਮਕਸਦ ਨਵਾਂ ਸਮਾਂ ਨਵੀਂ ਚੀਜ਼ ਨਵੀਂ ਬਰਕਤ ਤੁਹਾਡੀ ਜ਼ਿੰਦਗੀ ਦੇ ਵਿੱਚ ਆਵੇਗੀ ਅਗਰ ਅਸੀਂ ਅੱਜ ਜਿਹੜਾ ਵਰਸ 23 ਹੈ ਅਗਰ ਉਹਦੇ ਉੱਤੇ ਕੰਮ ਕਰਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਨਾਲੇ ਤੋਂ ਪਾਰ ਲੰਘਾਵਾਂਗੇ। You and I will have our own Peniel experience. We will see the face of God, our own Peniel. ਤੇ ਇਹ ਸਾਡਾ ਆਪਣਾ ਜਿਹੜਾ ਇੱਕ ਐਕਸਪੀਰੀਅੰਸ ਹੋਵੇਗਾ ਪਰਮੇਸ਼ਰ ਦੇ ਨਾਲ ਕਿ ਅਸੀਂ ਅੱਜ ਪਰਮੇਸ਼ਰ ਦੇ ਚਿਹਰੇ ਨੂੰ ਆਪਣੇ ਰੂਬਰੂ ਦੇਖਾਂਗੇ ਉਹਦੇ ਨਾਲ ਇਹ ਸਾਡਾ ਆਪਣਾ ਪਰਸਨਲ ਐਕਸਪੀਰੀਅੰਸ ਹੋਵੇਗਾ ਅੱਜ ਦੀ ਰਾਤ। And the sun will rise upon us in the spiritual sense. ਜਿਹੜਾ ਪ੍ਰਭੂ ਯਿਸੂ ਮਸੀਹ ਹੈ ਉਹ ਸਾਡੇ ਉੱਤੇ ਇੱਕ ਚਾਨਣ ਦੇ ਵਾਂਗ ਆਵੇਗਾ आत्मिक तौर ਦੇ ਉੱਤੇ। Amen. Sun का मतलब not son of God. Sun जो धूप होता है ना वो आत्मिक तौर. Hallelujah. Praise the Lord. So today I believe your life can change. ਤੇ ਮੇਰਾ ਪੂਰਾ ਵਿਸ਼ਵਾਸ ਹੈ ਤੁਹਾਡੀ ਜ਼ਿੰਦਗੀ ਹੈ ਜਿਹੜੀ ਬਦਲ ਜਾਊ। If you take that step of sending Nale ke par, send it over across the brook, as it says in English. ਜੇ ਪੂਰੇ ਵਿਸ਼ਵਾਸ ਨਾਲ ਨਿਰਣਾ ਕਰੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਧਿਆਨ ਭਟਕਾ ਰਹੀਆਂ ਜਾਂ ਪਰੇਸ਼ਾਨ ਕਰ ਰਹੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਨਾਲੇ ਤੋਂ ਪਾਰ ਲੰਘਾ ਦੋਗੇ ਤੇ ਫਿਰ ਇਕੱਲਿਆਂ 'ਚ ਰਹਿ ਕੇ ਸਮਾਂ ਬਿਤਾਓਗੇ ਤੇ ਪਰਮੇਸ਼ਰ ਬਰਕਤ ਦੇਊਗਾ। So that you will remain alone, nanga, before God, without anything, just you and God. I and God. ਤੁਸੀਂ ਕੀ ਹੈ ਕਿ ਨੰਗੇ ਹੋਣ ਦੀ ਤਰ੍ਹਾਂ ਦੇ ਹੋ ਜਾਓਗੇ ਕਿ ਪਰਮੇਸ਼ਰ ਦੇ ਨਾਲ ਇਕੱਲਿਆਂ ਦੇ ਵਿੱਚ ਹੋਵੋਗੇ ਤੇ ਪਰਮੇਸ਼ਰ ਦੇ ਨਾਲ ਇਕੱਲਿਆਂ 'ਚ ਸਮਾਂ ਬਿਤਾਓਗੇ ਤੇ ਸਾਹਮਣੇ ਹੋਵੋਗੇ ਇਕੱਲਿਆਂ ਦੇ ਵਿੱਚ। Amen. And if you are ready for this step, then you are ready, I believe, for a big blessing as well. ਤੇ ਜੇ ਤੁਸੀਂ ਅੱਜ ਇਸ ਜੋ 23 ਵਰਸ ਦੇ ਵਿੱਚ ਲਿਖਿਆ ਅਗਰ ਤੁਸੀਂ ਉਸ ਚੀਜ਼ ਦੇ ਲਈ ਰੈਡੀ ਹੋ ਤਿਆਰ ਹੋ ਤਾਂ ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਵੀ ਤੁਹਾਨੂੰ ਬਰਕਤ ਦੇਣ ਲਈ ਤਿਆਰ ਹੈ। Hallelujah. Because God really wants to, I believe, minister to each one of us here in a very powerful way today. ਤੇ ਮੇਰਾ ਪੂਰਾ ਵਿਸ਼ਵਾਸ ਹੈ ਕਿ ਪਰਮੇਸ਼ਰ ਅੱਜ ਤੁਹਾਨੂੰ ਬਰਕਤ ਦੇਵੇਗਾ ਪੂਰੇ ਵਧੀਆ ਸ਼ਕਤੀਸ਼ਾਲੀ ਤਰੀਕੇ ਅੱਜ ਦੀ ਰਾਤ ਦੇ ਵਿੱਚ ਮੇਰਾ ਵਿਸ਼ਵਾਸ ਹੈ। Because He wants us to have that experience like Jacob on a one-to-one basis with Him. He's desiring that. ਪਰਮੇਸ਼ਰ ਚਾਹ ਰਿਹਾ ਅੱਜ ਕਿ ਤੁਹਾਡਾ ਆਪਣਾ ਖੁਦ ਦਾ ਕੀ ਇੱਕ ਐਕਸਪੀਰੀਅੰਸ ਹੋਵੇ
ਪਰਮੇਸ਼ਰ ਦੇ ਨਾਲ, ਜਿਵੇਂ ਕਿ ਯਾਕੂਬ ਨੇ ਕੀਤਾ, ਤੇ ਪਰਮੇਸ਼ਰ ਚਾਹੁੰਦਾ ਸਾਡੇ ਸਾਰਿਆਂ ਨਾਲ ਕਿ ਅਸੀਂ ਇਕੱਲੇ ਦੇ ਨਾਲ ਉਹ ਉਦਾਂ ਦੀ ਮੁਲਾਕਾਤ ਕਰੀਏ। So I want to ask you, are you ready for that action to send everything over the brook? ਤੇ ਮੈਂ ਤੁਹਾਨੂੰ ਅੱਜ ਸਾਰਿਆਂ ਨੂੰ ਪ੍ਰਸ਼ਨ ਪੁੱਛਣਾ ਚਾਹ ਰਿਹਾ ਕਿ ਤੁਸੀਂ ਸਾਰੇ ਤਿਆਰ ਹੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਜੋ ਤੁਹਾਨੂੰ ਪਰੇਸ਼ਾਨ ਕਰਦੇ ਜਾਂ ਧਿਆਨ ਭਟਕਾ ਰਹੀਆਂ ਨੇ, ਇਹ ਸਾਰੀਆਂ ਚੀਜ਼ਾਂ ਨੂੰ ਨਾਲੇ ਤੋਂ ਪਾਰ ਲੰਘਾ ਦੇਵੋ। Amen, amen, amen. I'm going to just pray one prayer to finish, and then I will stop the recording. And then if there is anybody who has a request, binti, then I will pray once I finish the recording. Hallelujah. Lord, I just thank you for this evening. And Lord, I thank you इस समय के लिए, जो बहुत कीमती का समय जो हमारे लिए आपने दिया है, और जो भी आपके वचन में जैसा लिखा है याकूब के बारे में कि उसने सब पार के नाले के पार सब भेजा और अकेला वो खड़ा रहा और खुदा के साथ मुलाकात खुदा ने खुद ही आके मुलाकात किया, जैसे उसने खुद का जो आपके साथ बिजनेस जैसा किया उसने, और इशारा किया कि उसको और कोई नहीं चाहिए, बीवी नहीं चाहिए, बच्चे नहीं चाहिए, सर्वेंट नहीं चाहिए, सेवक या जानवर या कोई कुछ नहीं चाहिए, लेकिन सिर्फ उसका मन था आप उसके साथ मुलाकात होने के लिए। और ऐसा ही हुआ, खुदा आके यीशु मसीह, ये जो एंजल ऑफ गॉड जो लिखा है इंग्लिश विच, ये यीशु मसीह था जो आके खुद ही उसके साथ गल बात किया और उसको इतना बड़ा ब्लेसिंग दिया, बरकत दी, और उसका नाम भी चेंज किया। इसका मतलब एक पावरफुल ब्लेसिंग था, पूरा उसका हालत बदल गई। जो निराशपन था, जो उदासपन था, जो दुख था, जो घटनाएं हुए थे, ये आज से सब चेंज हुआ। और मेरी प्रार्थना है कि जो भी ये अभी मौजूद है इस मीटिंग विच, उनको आप ब्लेस करेगा, जैसे वो कदम उठाएंगे आपको ये करने को, चूने को ना, टू एनकाउंटर। Hallelujah, in Jesus' name. And that, Lord, everybody will be blessed, Lord. Whoever will listen to this on YouTube, I ask you, Father, in the name of Jesus, Lord, let your will be done, Lord, in the lives of my brothers and in the lives of my sisters, Lord, so that you will do something great. And Lord, give them the new name, whoever you want to give the new name, I pray right now in Jesus' mighty name. And everybody said, Amen. Amen, amen, amen.